ਪਿਆਰੇ ਬੱਚਿਓ, ਫਿਜ਼ਿਕਸ ਦੀ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਪਿਛਲੇ ਚੈਪਟਰਸ ਦੇ ਵਿੱਚ ਤੁਸੀਂ ਇਲੈਕਟ੍ਰਿਕ ਫੀਲਡ, ਫੋਰਸ ਔਨ ਚਾਰजेस ਅਤੇ ਰੈਜ਼ਿਸਟੈਂਸ, ਕਰੰਟ, ਇਲੈਕਟ੍ਰਿਸਿਟੀ ਬਾਰੇ ਪੜ੍ਹਿਆ। ਅੱਜ ਆਪਾਂ ਮੈਗਨੇਟਿਜ਼ਮ ਬਾਰੇ ਪੜ੍ਹਨਾ ਸਟਾਰਟ ਕਰਾਂਗੇ। ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ ਤਕਰੀਬਨ 2000 ਸਾਲਾਂ ਪਹਿਲਾਂ ਤੋਂ ਹੀ ਇਨਸਾਨ ਨੂੰ ਪਤਾ ਨੇ, ਪਰ ਪਿਛਲੇ 200 ਸਾਲਾਂ ਦੇ ਵਿੱਚ ਇਸ ਦੇ ਵਿੱਚ ਕਾਫੀ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ ਜਦੋਂ ਤੋਂ ਓਸਟਡ ਦੇ ਐਕਸਪੈਰੀਮੈਂਟ ਦਾ ਪਤਾ ਲੱਗਿਆ। ਓਸਟਡ ਆਪਣੇ ਲੈਬ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਉਸਨੇ ਦੇਖਿਆ ਕਿ ਇੱਕ ਤਾਰ ਜੋ ਕਿ ਜਿਸ ਵਿੱਚੋਂ ਦੀ ਕਰੰਟ ਲੰਘ ਰਿਹਾ ਸੀ ਤੇ ਉਹਦੇ ਕੋਲੇ ਪਈ ਇੱਕ ਕੰਪਾਸ ਆਪਣੇ ਆਪ ਹਿੱਲੀ ਤੇ ਉਸ ਦਾ ਧਿਆਨ ਇੱਕਦਮ ਉਹਦੇ ਉੱਤੇ ਗਿਆ ਤੇ ਕੰਪਾਸ ਕਿਉਂ ਹਿੱਲੀ ਉਹਦੇ ਦਿਮਾਗ 'ਚ ਆਇਆ। ਫਿਰ ਉਸਨੇ ਕੰਪਾਸ ਨੂੰ ਡਿਫਰੈਂਟ ਪੋਜੀਸ਼ਨਸ ਦੇ ਉੱਤੇ ਰੱਖ ਕੇ ਦੇਖਿਆ ਤੇ ਉਸ ਤਾਰ ਦੇ ਵਿੱਚ ਜੋ ਕਰੰਟ ਸੀ ਉਸ ਦੀ ਡਾਇਰੈਕਸ਼ਨ ਚੇਂਜ ਕਰਕੇ ਦੇਖੀ ਤਾਂ ਫਿਰ ਉਸ ਨੂੰ ਪਤਾ ਲੱਗਿਆ ਕਿ ਕੰਪਾਸ ਦੇ ਮੂਵ ਕਰਨ ਦਾ ਜੋ ਕਾਰਨ ਹੈ ਉਹ ਤਾਰ ਦੇ ਵਿਚਲਾ ਕਰੰਟ ਹੈ ਕਿ ਕਰੰਟ ਇਹਨੂੰ ਕਿਵੇਂ ਹਿਲਾ ਰਿਹਾ। ਤਾਂ ਫਿਰ ਉਸਨੇ ਸੋਚਿਆ ਕਿ ਚੁੰਬਕੀ ਸੂਈ ਜੋ ਹੈ, ਜੋ ਕੰਪਾਸ ਹੈ, ਉਸ ਨੂੰ ਕੌਣ ਹਿਲਾ ਸਕਦਾ। ਆਓ ਦੇਖੀਏ ਕੀ ਹੋਇਆ। ਓਸਟਡ ਦੇ ਐਕਸਪੈਰੀਮੈਂਟ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜੋ ਤਾਰ ਦੇ ਵਿੱਚੋਂ ਦੀ ਕਰੰਟ ਲੰਘ ਰਿਹਾ ਸੀ ਉਹ ਇਸ ਤਰੀਕੇ ਨਾਲ ਥੱਲਿਓਂ ਉੱਪਰ ਨੂੰ ਕਰੰਟ ਜਾ ਰਿਹਾ ਸੀ ਤੇ ਕਰੰਟ ਕੈਰਿੰਗ ਵਾਇਰ ਦੇ ਕੋਲ ਇੱਕ ਕੰਪਾਸ ਜੋ ਕਿ ਮੈਗਨੈਟਿਕ ਨੀਡਲ ਹੁੰਦੀ ਆ ਉਹ ਇੱਥੇ ਪਈ ਸੀ। ਇਹਦਾ ਨਾਰਥ ਫੇਸਿੰਗ ਉੱਪਰ ਨੂੰ ਸੀਗਾ ਤੇ ਜਦੋਂ ਕਰੰਟ ਲੰਘ ਰਿਹਾ ਸੀ ਤਾਂ ਉਹਨੇ ਦੇਖਿਆ ਕਿ ਇਹ ਨੀਡਲ ਇੱਧਰਲੇ ਪਾਸੇ ਨੂੰ ਲੈਫਟ ਸਾਈਡ ਨੂੰ ਡਿਫਲੈਕਟ ਹੁੰਦੀ ਸੀ। ਫਿਰ ਉਹਨੇ ਕਰੰਟ ਦੀ ਡਾਇਰੈਕਸ਼ਨ ਨੂੰ ਚੇਂਜ ਕਰਤਾ, ਨੀਚੇ ਨੂੰ ਕਰਤਾ ਤੇ ਕੰਪਾਸ ਅਗੇਨ ਡਿਫਲੈਕਟ ਹੋਈ। ਜਿਹੜੀ ਪਹਿਲਾਂ ਇੱਦਾਂ ਸੀ ਇਹ ਹੁਣ ਰਾਈਟ ਸਾਈਡ ਨੂੰ ਡਿਫਲੈਕਟ ਹੋਈ। ਤਾਂ ਹੁਣ ਕਿਉਂ ਡਿਫਲੈਕਟ ਹੋਈ ਤਾਂ ਫਿਰ ਉਸਨੇ ਇਸ ਨਿਸ਼ਕਰਸ਼ 'ਤੇ ਪਹੁੰਚਿਆ ਕਿ ਜੋ ਕਰੰਟ ਹੈ ਐਕਚੁਅਲੀ ਕਰੰਟ ਕੀ ਹੈ, ਇਟ ਇਜ਼ ਦੀ ਮੂਵਮੈਂਟ ਆਫ ਚਾਰजेस। ਹੁਣ ਜੇਕਰ ਇਹ ਕਨਵੈਨਸ਼ਨਲ ਕਰੰਟ ਦੀ ਡਾਇਰੈਕਸ਼ਨ ਉੱਪਰ ਨੂੰ ਹੈ ਤਾਂ ਇਹਦੇ ਵਿੱਚ ਜੋ ਇਲੈਕਟ੍ਰੋਨਸ ਨੇ ਉਹ ਨੀਚੇ ਨੂੰ ਮੂਵ ਕਰ ਰਹੇ ਨੇ। ਇੱਥੇ ਸਾਡੀ ਕਨਵੈਨਸ਼ਨਲ ਕਰੰਟ ਦੀ ਡਾਇਰੈਕਸ਼ਨ ਨੀਚੇ ਨੂੰ ਹੈ ਤਾਂ ਜੋ ਇਲੈਕਟ੍ਰੋਨਸ ਨੇ ਇਸ ਤਾਰ ਦੇ ਵਿੱਚ ਉਹ ਉੱਪਰ ਨੂੰ ਮੂਵ ਕਰ ਰਹੇ ਨੇ। ਹੁਣ ਐਕਚੁਅਲੀ ਕਰੰਟ ਤਾਂ ਚਾਰजेस ਦੀ ਮੂਵਮੈਂਟ ਹੀ ਆ। ਜੇ ਚਾਰਜ ਮੂਵ ਕਰਦੇ ਆ ਤੇ ਮੂਵਮੈਂਟ ਆਫ ਚਾਰजेस ਕੰਪਾਸ ਨੂੰ ਡਿਫਲੈਕਟ ਕਰ ਰਹੇ ਨੇ। ਕੰਪਾਸ ਕੀ ਹੈ? ਕੰਪਾਸ ਇਜ਼ ਏ ਮੈਗਨੈਟਿਕ ਨੀਡਲ, ਜਿਹਨੂੰ ਤੁਸੀਂ ਛੋਟੀਆਂ ਕਲਾਸਾਂ ਤੋਂ ਪੜ੍ਹ ਰਹੇ ਹੋ ਵੀ ਆਪਾਂ ਫਰੀਲੀ ਸਸਪੈਂਡ ਕਰੀਏ ਤਾਂ ਨਾਰਥ ਸਾਊਥ ਡਾਇਰੈਕਸ਼ਨ ਦੱਸਦੀ ਆ, ਕਿਸੇ ਹੋਰ ਮੈਗਨੇਟ ਨਾਲ ਡਿਫਲੈਕਟ ਹੋ ਸਕਦੀ ਆ। ਸੋ ਇੱਥੋਂ ਇਹ ਪਤਾ ਲੱਗ ਗਿਆ ਓਸਟਡ ਨੂੰ ਕਿ ਜੋ ਤਾਰ ਦੇ ਵਿਚਲਾ ਕਰੰਟ ਹੈ ਇਟ ਕੁਡ ਬੀ ਦੀ ਸੋਰਸ ਆਫ ਏ ਮੈਗਨੈਟਿਕ ਫੀਲਡ, ਜਿਹੜਾ ਕਿ ਇੱਦਾਂ ਹੀ ਸੀ। ਤਾਂ ਮੈਗਨੈਟਿਕ ਫੀਲਡ ਪੈਦਾ ਹੋ ਰਿਹਾ ਸੀ ਜਦੋਂ ਤਾਰ ਦੇ ਵਿੱਚੋਂ ਦੀ ਕਰੰਟ ਲੰਘ ਰਿਹਾ ਸੀ। ਤਾਂ ਆਓ ਹੁਣ ਇਸ ਨੂੰ ਅਸੀਂ ਦੂਸਰੇ ਪਲੇਨ ਦੇ ਵਿੱਚ ਦੇਖੀਏ, ਕਿਉਂਕਿ ਇੱਥੇ ਤਾਂ ਤਾਰ ਅਸੀਂ ਇੱਦਾਂ ਬਣਾਈ ਹੈ। ਸਪੋਜ਼ ਕਰੀਏ ਜੋ ਤਾਰ ਹੈ ਪਲੇਨ ਆਫ ਦੀ ਬੋਰਡ ਤੋਂ ਜੇਕਰ ਬਾਹਰ ਨੂੰ ਤਾਰ ਆ ਰਹੀ ਹੋਵੇ ਤਾਂ ਸਪੋਜ਼ ਕਰੀਏ ਤਾਰ ਸਾਡੀ ਜਿਸ ਵਿੱਚ ਕਰੰਟ ਆਈ ਹੈ ਉਹ ਬਾਹਰ ਨੂੰ ਆ ਰਹੀ ਹੈ। ਸੋ ਬਾਹਰ ਨੂੰ ਜੇਕਰ ਕੋਈ ਕੁਆਂਟਿਟੀ ਪਲੇਨ ਆਫ ਦੀ ਬੋਰਡ ਤੋਂ ਆਵੇ ਤਾਂ ਉਹਨੂੰ ਲਿਖਣ ਦਾ ਤਰੀਕਾ ਡਾਟ ਹੁੰਦਾ। ਤਾਂ ਕਰੰਟ ਦੀ ਡਾਇਰੈਕਸ਼ਨ ਬਾਹਰਲੇ ਪਾਸੇ ਨੂੰ। ਤਾਂ ਓਸਟਡ ਨੇ ਦੇਖਿਆ ਕਿ ਜੋ ਮੈਗਨੈਟਿਕ ਨੀਡਲ ਹੈ ਉਹ ਲੈਫਟ ਸਾਈਡ ਨੂੰ ਘੁੰਮੀ। ਸੋ ਇਟ ਵਾਜ਼ ਐਂਟੀ ਕਲੌਕਵਾਈਜ਼। ਹੁਣ ਜੇਕਰ ਕਰੰਟ ਦੀ ਡਾਇਰੈਕਸ਼ਨ ਚੇਂਜ ਕੀਤੀ ਸੀ ਦੂਸਰੇ ਕੇਸ ਦੇ ਵਿੱਚ, ਬਾਹਰੋਂ ਅੰਦਰ ਨੂੰ ਕਰ ਦਈਏ ਪਰਪੈਂਡੀਕੂਲਰਲੀ ਟੂ ਦੀ ਪਲੇਨ ਆਫ ਦੀ ਬੋਰਡ, ਤਾਂ ਇਹਨੂੰ ਬਣਾਉਣ ਦਾ ਤਰੀਕਾ ਹੁੰਦਾ ਬੋਰਡ ਦੇ ਉੱਤੇ ਕ੍ਰੋਸ। ਤੁਸੀਂ ਕਾਪੀ 'ਤੇ ਵੀ ਆਪਣੀ ਦੇ ਉੱਤੇ ਇਸ ਤਰੀਕੇ ਨਾਲ ਹੀ ਬਣਾਓਗੇ। ਜੇਕਰ ਕ੍ਰੋਸ ਪਾ ਕੇ ਆਈ ਲਿਖਿਆ ਹੋਇਆ ਤੇ ਬਾਹਰਲੇ ਪਾਸੇ ਸਰਕਲ ਆ ਤਾਂ ਇਹਦਾ ਮਤਲਬ ਇਹ ਹੈ ਵੀ ਕਰੰਟ ਇਜ਼ ਗੋਇੰਗ ਥਰੂ ਏ ਵਾਇਰ ਇਨਵਰਡਸ।
मतलब बाहरों अंदरले पासे ਨੂੰ ਜਾ ਰਿਹਾ ਕਰੰਟ ਤੇ ਪਰਪੈਂਡੀਕੂਲਰਲੀ ਟੂ ਦੀ ਬੋਰਡ ਆਫ ਦੀ ਪਲੇਨ ਆਫ ਦੀ ਬੋਰਡ ਇਹ ਆਏਗਾ। ਤੇ ਵੈਸੇ ਤਾਂ ਅਸੀਂ ਇਹਨੂੰ ਡਰਾ ਨਹੀਂ ਕਰ ਸਕਦੇ ਕਿਉਂਕਿ ਹਵਾ ਦੇ ਵਿੱਚ ਤਾਂ ਡਰਾ ਨਹੀਂ ਹੋ ਸਕਦਾ, ਸੋ ਇਹਨੂੰ ਲਿਖਣ ਦਾ ਤਰੀਕਾ ਹੁੰਦਾ। ਚਲੋ, ਸੋ ਜੇ ਕਰੰਟ ਬਾਹਰੋਂ ਅੰਦਰ ਨੂੰ ਜਾ ਰਿਹਾ ਪਰਪੈਂਡੀਕੂਲਰ ਟੂ ਦੀ ਬੋਰਡ ਪਲੇਨ ਆਫ ਦੀ ਬੋਰਡ, ਤਾਂ ਇੱਥੇ ਮੈਗਨੈਟਿਕ ਨੀਡਲ ਰਾਈਟ ਸਾਈਡ ਵੱਲ ਨੂੰ ਡਿਫਲੈਕਟ ਹੋਈ ਤੇ ਇਹਨੇ ਕੰਟੂਰਸ ਬਣਾਏ, ਸਰਕਲ ਬਣਾਏ ਆਲੇ ਦੁਆਲੇ। ਤਾਂ ਇੱਥੋਂ ਪਤਾ ਲੱਗਿਆ ਕਿ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕਲੌਕਵਾਈਜ਼ ਹੈ। ਸੋ ਜਦੋਂ ਇਹ ਪਤਾ ਲੱਗ ਗਿਆ ਕਿ ਇੱਕ ਕਰੰਟ ਕੈਰਿੰਗ ਵਾਇਰ ਇਜ਼ ਏ ਸੋਰਸ ਆਫ ਮੈਗਨੈਟਿਕ ਫੀਲਡ, ਤਾਂ ਫਿਰ ਮੈਗਨੈਟਿਕ ਫੀਲਡ ਜੋ ਹੈ ਉਸ ਦੇ ਉੱਤੇ ਅੱਗੇ ਰਿਸਰਚ ਚੱਲੀ। ਸੋ ਹੁਣ ਅਸੀਂ ਇਹ ਦੇਖੀਏ ਵੀ ਹੁਣ ਤੱਕ ਆਪਾਂ ਕਿਹੜੇ ਫੀਲਡ ਪੜ੍ਹੇ ਆ। ਇਹ ਤਾਂ ਅਸੀਂ ਬੇਟੇ ਓਸਟਡ ਐਕਸਪੈਰੀਮੈਂਟ। ਸੋ ਇਹਨੂੰ ਤੁਸੀਂ ਆਪਣੇ ਘਰੇ ਵੀ ਕਰਕੇ ਦੇਖ ਸਕਦੇ ਹੋ। ਕਿਵੇਂ ਕਰਕੇ ਦੇਖ ਸਕਦੇ ਹੋ? ਜੇਕਰ ਤੁਸੀਂ ਇੱਕ ਗੱਤੇ ਦਾ ਪੀਸ, ਜਿਵੇਂ ਮੇਰੇ ਕੋਲ ਇਹ ਬੁੱਕ ਆ, ਪਰ ਤੁਸੀਂ ਇੱਕ ਕੋਈ ਆਪਣੀ ਰਫ ਨੋਟਬੁੱਕ ਦਾ ਇੱਕ ਗੱਤੇ ਦਾ ਪੀਸ ਲੈ ਲਓ, ਉਹਦੇ ਵਿੱਚੋਂ ਦੀ ਸੁਰਾਖ ਕਰਕੇ ਨੀਚਿਓਂ ਉੱਪਰ ਨੂੰ ਇੱਕ ਤਾਰ ਨਿਕਾਲ ਲਓ, ਤਾਂਬੇ ਦੀ ਤਾਰ ਜਾਂ ਐਲੂਮੀਨੀਅਮ ਦੀ ਤਾਰ। ਸੋ ਬਾਹਰਲੇ ਪਾਸੇ ਨੂੰ ਨਿਕਾਲ ਲਓ ਅਤੇ ਉਸ ਤਾਰ ਦੇ ਦੋਨੇ ਐਂਡਸ ਕਿਸੇ ਬੈਟਰੀ ਦੇ ਨਾਲ ਲਗਾ ਲਓ, ਕਿਸੇ ਸੈੱਲ ਦੇ ਨਾਲ ਲਗਾ ਲਓ, ਤਾਂ ਉਹਦੇ ਵਿੱਚੋਂ ਦੀ ਕਰੰਟ ਫਲੋ ਕਰੇਗਾ। ਹੁਣ ਕਰੰਟ ਦੀ ਡਾਇਰੈਕਸ਼ਨ ਤੁਸੀਂ ਚੇਂਜ ਕਰ ਸਕਦੇ ਹੋ, ਦੋਨੇ ਜੋ ਸੈੱਲ ਦੀਆਂ ਤਾਰਾਂ ਹੋਣਗੀਆਂ ਉਹਨਾਂ ਨੂੰ ਇੰਟਰਚੇਂਜ ਕਰਕੇ। ਸੋ ਉਸ ਤਾਰ ਦੇ ਵਿੱਚੋਂ ਦੀ ਜਿਹੜਾ ਕਰੰਟ ਲੰਘੇਗਾ ਤਾਂ ਉਹਨੂੰ ਹੁਣ ਦੇਖਣਾ ਕਿਵੇਂ ਆ? ਜਾਂ ਤਾਂ ਤੁਸੀਂ ਉਹਦੇ ਆਲੇ ਦੁਆਲੇ ਇੱਕ ਮੈਗਨੈਟਿਕ ਨੀਡਲ ਰੱਖੋ, ਪਰ ਜੇਕਰ ਤੁਹਾਡੇ ਕੋਲ ਮੈਗਨੈਟਿਕ ਨੀਡਲ ਨਹੀਂ ਅਵੇਲੇਬਲ ਤਾਂ ਤੁਸੀਂ ਘਰੇ ਵੀ ਉਹਨੂੰ ਬਣਾ ਸਕਦੇ ਹੋ। ਕਿਵੇਂ? ਛੋਟੀ ਜਿਹੀ ਇੱਕ ਡੈਮੋਸਟ੍ਰੇਸ਼ਨ ਦਿੰਦਾ। ਇੱਕ ਕੱਚ ਦੇ ਗਲਾਸ ਦੇ ਵਿੱਚ ਪਾਣੀ ਭਰ ਲੈਣਾ ਬੇਟੇ। ਕੱਚ ਦੇ ਗਲਾਸ ਦੇ ਵਿੱਚ ਪੂਰਾ ਉੱਪਰ ਤੱਕ ਪਾਣੀ ਭਰ ਲੈਣਾ। ਪਾਣੀ ਭਰ ਕੇ ਜੋ ਇੱਕ ਬਲੇਡ ਹੁੰਦਾ, ਸ਼ੇਵ ਕਰਨ ਵਾਲਾ ਬਲੇਡ, ਇੱਦਾਂ ਦਾ, ਇਹਨੂੰ ਵਿਚਕਾਰੋਂ ਅਸੀਂ ਕੱਟ ਕਰ ਲੈਣਾ, ਦੋ ਹਿੱਸੇ ਕਰ ਲੈਣੇ ਆ। ਤਾਂ ਸਾਡੇ ਕੋਲ ਜਿਹੜਾ ਇੱਕ ਹਿੱਸਾ ਰਹਿ ਜਾਏਗਾ, ਇਹਨੂੰ ਅਸੀਂ ਕਿਸੇ ਮੈਗਨੇਟ ਦੇ ਨਾਲ ਮੈਗਨੇਟਾਈਜ਼ ਕਰ ਲੈਣਾ। ਕਿਵੇਂ? ਇੱਕ ਪਾਸਿਓਂ ਮੈਗਨੇਟ ਰੱਖਣਾ, ਸਪੋਜ਼ ਕਰੋ ਆ ਮੇਰੇ ਕੋਲ ਮੈਗਨੇਟ ਆ, ਇੱਕ ਪਾਸਿਓਂ ਰੱਖਣਾ, ਇਹਨੂੰ ਘਸਾਉਣਾ ਇੱਥੇ ਤੱਕ, ਫਿਰ ਚੱਕ ਲੈਣਾ, ਫਿਰ ਇੱਧਰਲੇ ਪਾਸਿਓਂ ਘਸਾਉਣਾ। ਤੁਸੀਂ ਇਹਨੂੰ 20 ਵਾਰੀ ਇੱਦਾਂ ਕਰੋਗੇ ਤਾਂ ਦਿਸ ਪੀਸ ਆਫ ਬਲੇਡ ਵਿਲ ਬੀ ਮੈਗਨੇਟਾਈਜ਼ਡ। ਹੁਣ ਇਹਨੂੰ ਬੜੇ ਪਿਆਰ ਦੇ ਨਾਲ ਇਸ ਪਾਣੀ ਵਾਲੇ ਗਲਾਸ ਦੇ ਉੱਪਰ ਰੱਖੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਤੈਰਨ ਲੱਗ ਜਾਏਗਾ ਅਤੇ ਕਿਸੇ ਹੋਰ ਮੈਗਨੈਟਿਕ ਫੀਲਡ ਦੀ ਐਬਸੈਂਸ ਦੇ ਵਿੱਚ ਇਹ ਨਾਰਥ ਸਾਊਥ ਦੀ ਡਾਇਰੈਕਸ਼ਨ ਦੇ ਵਿੱਚ ਖੜੇਗਾ। ਹੁਣ ਜਿਹੜੀ ਆਪਾਂ ਤਾਰ ਇਸ ਗੱਤੇ ਦੇ ਵਿੱਚੋਂ ਦੀ ਨਿਗਾਈ ਆ ਅਤੇ ਉਹਦੇ ਵਿੱਚ ਤੁਸੀਂ ਕਰੰਟ ਪਾਸ ਕਰ ਰਹੇ ਹੋ ਅਤੇ ਉਹ ਤਾਰ ਦੇ ਨੇੜੇ ਇਸ ਬਲੇਡ ਨੂੰ ਜਦੋਂ ਲੈ ਕੇ ਆਓਗੇ ਤਾਂ ਇਹ ਬਲੇਡ ਤੁਹਾਨੂੰ ਡਿਫਲੈਕਟ ਹੋਇਆ ਦਿਖੇਗਾ। ਦੂਸਰਾ, ਇਹਨੂੰ ਤੁਸੀਂ ਬਿਨਾਂ ਕੰਪਾਸ ਤੋਂ ਵੀ ਕਰਕੇ ਦੇਖ ਸਕਦੇ ਹੋ। ਕਿਵੇਂ? ਇਸੇ ਗੱਤੇ ਦੇ ਪੀਸ ਦੇ ਉੱਤੇ, ਜਿਹੜਾ ਆਪਾਂ ਗੱਤੇ ਦਾ ਪੀਸ ਬਣਾਇਆ, ਇਹਦੇ ਵਿੱਚ ਇੱਕ ਸੁਰਾਖ ਕਰਕੇ ਉਹਦੇ ਵਿੱਚੋਂ ਦੀ ਤਾਰ ਲੰਘਾਈ ਆ, ਕਰੰਟ ਅਸੀਂ ਉੱਪਰ ਨੂੰ ਸਪੋਜ਼ ਕਰ ਲਓ ਇਹਦੇ ਵਿੱਚ ਭੇਜਤਾ, ਅਤੇ ਇੱਥੇ ਅਸੀਂ ਆਇਰਨ ਦੀ ਡਸਟ ਮਤਲਬ ਲੋਹੇ ਦਾ ਚੂਰਾ ਇਹਦੇ ਵਿੱਚ ਇੱਥੇ ਭੁੱਕ ਦਾਂਗੇ। ਅਤੇ ਇਹਨੂੰ ਭੁੱਕਣ ਤੋਂ ਬਾਅਦ ਜੋ ਆ ਤਾਰ ਹੈ ਸਾਡੀ, ਕਿਉਂਕਿ ਇਹਨੂੰ ਅਸੀਂ ਕਿਸੇ ਬੈਟਰੀ ਦੇ ਨਾਲ ਜੋੜਿਆ, ਕਿਸੇ ਸੈੱਲ ਦੇ ਨਾਲ ਜੋੜਿਆ, ਅਤੇ ਜਦੋਂ ਹੀ ਅਸੀਂ ਇਹਦੀ ਕੀ ਪ੍ਰੈਸ ਕਰਾਂਗੇ ਜਾਂ ਇਹਦੇ ਕਨੈਕਸ਼ਨ ਜੋੜਾਂਗੇ ਤਾਂ ਆਪਾਂ ਦੇਖਾਂਗੇ ਵੀ ਜਿਹੜਾ ਇੱਥੇ ਅਸੀਂ ਲੋਹੇ ਦਾ ਚੂਰਾ ਰੱਖਿਆ ਸੀ ਇਹਦੇ ਵਿੱਚ ਇੱਦਾਂ ਗੋਲ ਗੋਲ ਸਰਕੂਲਰ ਸ਼ੇਪ ਬਣ ਜਾਏਗੀ। ਇਹ ਤੁਸੀਂ ਆਪਣੇ ਆਪ ਘਰੇ ਕਰਕੇ ਦੇਖ ਸਕਦੇ ਹੋ। ਆਓ ਹੁਣ ਦੇਖੀਏ ਕਿ ਅਸੀਂ ਪਹਿਲਾਂ ਕਿਹੜੇ ਫੀਲਡ ਪੜ੍ਹ ਚੁੱਕੇ ਹਾਂ। ਫਸਟ ਚੈਪਟਰ ਦੇ ਵਿੱਚ ਆਪਾਂ ਚਾਰਜ ਪੜ੍ਹਿਆ ਸੀ। ਚਾਰਜ ਕਿਉਂ ਜੋ ਸੀ, ਜਿਹੜੀ ਜਗ੍ਹਾ ਦੇ ਉੱਤੇ ਇਹ ਸਪੇਸ 'ਚ ਪਿਆ ਸੀ, ਸਪੇਸ ਮਤਲਬ ਖਾਲੀ ਜਗ੍ਹਾ ਦੇ ਉੱਤੇ ਪਿਆ ਸੀ ਜਾਂ ਕਿਸੇ ਬੋਡੀ ਦੇ ਉੱਤੇ ਪਿਆ ਸੀ, ਤਾਂ ਇਹਦੇ ਆਲੇ ਦੁਆਲੇ ਇੱਕ ਫੀਲਡ ਸੀ ਜਿਸ ਨੂੰ ਅਸੀਂ ਇਲੈਕਟ੍ਰਿਕ ਫੀਲਡ ਕਹਿੰਦੇ ਸੀ। ਸੋ ਇਹਨੂੰ E ਦੇ ਨਾਲ ਡਿਨੋਟ ਕਰਦੇ ਸੀ।
ਤੇ ਜਿਹੜਾ E ਸੀਗਾ ਸਾਡਾ ਇਹ ਫੰਕਸ਼ਨ ਆਫ R ਸੀ, ਮਤਲਬ ਫੰਕਸ਼ਨ ਆਫ ਡਿਸਟੈਂਸ ਸੀ। ਜਿਉਂ-ਜਿਉਂ ਅਸੀਂ ਚਾਰਜ ਤੋਂ ਦੂਰ ਜਾਂਦੇ ਸੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਚੇਂਜ ਕਰਦੇ ਸੀ। ਨਾਟ ਓਨਲੀ ਵਿਦ ਡਿਸਟੈਂਸ, ਇਟ ਆਲਸੋ ਚੇਂਜਸ ਵਿਦ ਟਾਈਮ ਆਲਸੋ। ਸੋ ਇਹ ਟਾਈਮ ਦਾ ਵੀ ਫੰਕਸ਼ਨ ਹੁੰਦਾ। ਹੁਣ ਜਦੋਂ ਇਸ ਇਲੈਕਟ੍ਰਿਕ ਫੀਲਡ ਦੇ ਵਿੱਚ ਇਲੈਕਟ੍ਰਿਕ ਫੀਲਡ ਦੀ ਆਪਾਂ ਗੱਲ ਕਰਦੇ ਹਾਂ ਤੇ ਇਹਦੀ ਵੈਲਿਊ ਸੀ ਸਾਡੇ ਕੋਲੇ 1/4 ਪਾਈ ਐਪਸਾਈਲਨ ਨੋਟ Q upon R square into R cap. R cap is a unit vector along the direction of R. ਤੇ ਇਸ ਇਲੈਕਟ੍ਰਿਕ ਫੀਲਡ ਦੇ ਵਿੱਚ ਜੇਕਰ ਕੋਈ ਦੂਜਾ ਚਾਰਜ ਆ ਜਾਂਦਾ ਸੀ, ਸਾਨੂੰ ਕਿਵੇਂ ਪਤਾ ਲੱਗਦਾ ਸੀ ਵੀ ਇਹ ਫੀਲਡ ਹੈਗਾ? ਸਾਨੂੰ ਤਾਂ ਪਤਾ ਲੱਗਦਾ ਸੀ ਜਦੋਂ ਕੋਈ ਦੂਸਰਾ ਚਾਰਜ, ਸਪੋਜ਼ ਕਰੋ Q ਚਾਰਜ, ਛੋਟਾ ਚਾਰਜ ਇੱਧਰ ਨੂੰ ਆਉਂਦਾ ਸੀ ਇਸ ਫੀਲਡ ਦੇ ਵਿੱਚ ਤੇ ਇਹਨੂੰ ਫੋਰਸ ਫੀਲ ਹੁੰਦੀ ਸੀ। ਜਸਟ ਲਾਈਕ ਉੱਦਾਂ ਹੀ ਜਿਵੇਂ ਮੈਗਨੈਟਿਕ ਨੀਡਲ ਨੂੰ ਫੋਰਸ ਫੀਲ ਹੋਈ ਡਿਊ ਟੂ ਦੀ ਪ੍ਰੈਜ਼ੈਂਸ ਆਫ ਕਰੰਟ। ਹੁਣ ਕਿਉਂਕਿ ਕਰੰਟ ਸੀਗਾ, ਕਰੰਟ ਨੇ ਮੈਗਨੈਟਿਕ ਫੀਲਡ ਪੈਦਾ ਕੀਤਾ, ਉਹਦੀ ਆਪਾਂ ਹੁਣ ਗੱਲ ਕਰਾਂਗੇ। ਹੁਣ ਇਹ ਚਾਰਜ ਜੋ ਇਲੈਕਟ੍ਰਿਕ ਫੀਲਡ 'ਚ ਜਦੋਂ ਆਇਆ, ਇਹਨੂੰ ਫੋਰਸ ਕਿੰਨੀ ਫੀਲ ਹੋਈ ਸੀ? F = Q ਟਾਈਮਸ E। ਸੋ ਇੱਥੇ ਸਾਡੀ ਫੋਰਸ ਵੀ R ਦਾ ਫੰਕਸ਼ਨ ਸੀ ਤੇ ਇਲੈਕਟ੍ਰਿਕ ਫੀਲਡ ਵੀ R ਦਾ ਫੰਕਸ਼ਨ ਸੀ। ਤੇ ਅਸੀਂ ਵੈਲਿਊ ਇਹਦੀ ਕਿਵੇਂ ਲਿਖਦੇ ਸੀ? 1/4 ਪਾਈ ਐਪਸਾਈਲਨ ਨੋਟ capital Q small q upon R square into R cap. R cap is again the unit vector along the direction of R and this force was measured in newtons. ਹੁਣ ਜਿਵੇਂ ਇਹ ਇਲੈਕਟ੍ਰਿਕ ਫੀਲਡ ਇੱਕ ਚਾਰਜ ਦਾ ਬਣਾਇਆ ਸੀ, ਚਾਰਜ ਦੇ ਦੁਆਲੇ ਸੀਗਾ ਤੇ ਉਹਦੀ ਫੋਰਸ ਲਗਾਈ ਦੂਸਰੇ ਚਾਰਜ ਦੇ ਉੱਤੇ, ਤੇ ਇਸੇ ਤਰ੍ਹਾਂ ਜੇਕਰ ਨੰਬਰ ਆਫ ਚਾਰजेस ਫੋਰਸ ਲਗਾਉਂਦੇ ਨੇ ਤਾਂ ਉਹਨਾਂ ਫੋਰਸਿਸ ਨੂੰ ਅਸੀਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਦੇ ਅਕੋਰਡਿੰਗ ਐਡ ਅਪ ਕਰ ਸਕਦੇ ਸੀ ਵੈਕਟੋਰੀਅਲੀ। ਸੋ ਜਦੋਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਅਸੀਂ ਫੋਰਸਿਸ ਤੇ ਲਗਾ ਸਕਦੇ ਸੀ, ਫੋਰਸ ਕਿਹੜੀ? ਇਲੈਕਟ੍ਰਿਕ ਫੋਰਸਿਸ ਤੇ। ਉਸੇ ਤਰੀਕੇ ਨਾਲ ਜੇਕਰ ਕਰੰਟ ਦੇ ਜ਼ਿਆਦਾ ਸੋਰਸ ਹੋਣ, ਇੱਕ ਤਾਰ ਦੀ ਜਗ੍ਹਾ ਤੇ ਜ਼ਿਆਦਾ ਤਾਰਾਂ ਹੋਣ ਜਿਹੜੀਆਂ ਮੈਗਨੈਟਿਕ ਫੀਲਡ ਪੈਦਾ ਕਰਦੀਆਂ ਨੇ, ਤਾਂ ਇਹਨਾਂ ਦੇ ਉੱਤੇ ਵੀ ਅਸੀਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਲਾ ਕੇ ਸਾਰੇ ਮੈਗਨੈਟਿਕ ਫੀਲਡਸ ਨੂੰ ਵੈਕਟੋਰੀਅਲੀ ਐਡ ਕਰ ਸਕਦੇ ਹਾਂ। ਤਾਂ ਜਿਵੇਂ ਚਾਰਜ ਸਾਡਾ ਡਾਇਰੈਕਸ਼ਨ ਡਿਪੈਂਡੈਂਟ ਸੀ, ਇਲੈਕਟ੍ਰਿਕ ਫੀਲਡ ਡਾਇਰੈਕਸ਼ਨ ਡਿਪੈਂਡੈਂਟ ਸੀ, ਇਟ ਵਾਜ਼ ਏ ਵੈਕਟਰ ਕੁਆਂਟੀਟੀ। ਉਸੇ ਤਰੀਕੇ ਨਾਲ ਮੈਗਨੈਟਿਕ ਫੀਲਡ ਜੋ ਹੈ it is also a vector quantity and it is also a function of distance and time also. ਹੁਣ ਜਦੋਂ ਇਹ ਚਾਰਜ ਚੱਲਦਾ ਹੈ, ਜਦੋਂ ਇਹ ਚਾਰਜ ਚੱਲਦਾ ਹੈ ਤਾਂ ਇਲੈਕਟ੍ਰਿਕ ਫੀਲਡ ਤਾਂ ਇਹਦਾ ਪਹਿਲਾਂ ਹੀ ਹੁੰਦਾ, ਇਹਦੇ ਕੋਲੇ ਨਾਲ ਦੀ ਨਾਲ ਕੀ ਆ ਜਾਂਦਾ? ਮੈਗਨੈਟਿਕ ਫੀਲਡ ਵੀ ਆ ਜਾਂਦਾ। ਸੋ ਚਾਰਜ ਦੇ ਰੈਸਟ ਤੇ ਹੋਣ ਨਾਲ ਕੱਲਾ ਉਹਦਾ ਇਲੈਕਟ੍ਰਿਕ ਫੀਲਡ ਆ ਉਹਦੇ ਆਲੇ ਦੁਆਲੇ, ਪਰ ਜਦੋਂ ਉਹ ਚਾਰਜ ਮੂਵ ਕਰਨ ਲੱਗ ਗਿਆ, ਜੇ ਮੂਵ ਕਰੂਗਾ ਤਾਂ ਕਿਸੇ ਵੈਲੋਸਿਟੀ ਨਾਲ ਕਰੂਗਾ, ਤੇ ਜਿਹੜੀ ਵੈਲੋਸਿਟੀ ਨਾਲ ਉਹ ਮੂਵ ਕਰਦਾ ਉਦੋਂ ਉਹਦੇ ਕੋਲੇ ਇਲੈਕਟ੍ਰਿਕ ਫੀਲਡ ਦੇ ਨਾਲ ਨਾਲ ਮੈਗਨੈਟਿਕ ਫੀਲਡ ਵੀ ਆ ਜਾਂਦਾ। ਐਂਡ ਬੋਥ ਆਰ ਦੀ ਫੰਕਸ਼ਨਸ ਆਫ ਡਿਸਟੈਂਸ ਐਜ਼ ਵੈਲ ਐਜ਼ ਟਾਈਮ। ਹੁਣ ਅਸੀਂ ਦੇਖਦੇ ਹਾਂ ਵੀ ਇਸ ਮੈਗਨੈਟਿਕ ਫੀਲਡ ਨੂੰ ਜਦੋਂ ਇੱਕ ਚਾਰਜ ਇਹਦੇ ਇਸ ਫੀਲਡ 'ਚ ਲਿਆਂਦਾ ਜਾਂਦਾ ਤਾਂ ਉਹਨੂੰ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ? ਸੋ ਦੈਟ ਵਾਜ਼ ਕੈਲਕੂਲੇਟਡ ਬਾਏ ਲੋਰੈਂਟਜ਼, ਤੇ ਲੋਰੈਂਟਜ਼ ਨੇ ਇਹ ਸਾਨੂੰ ਦੱਸਿਆ। ਤੇ ਇਸੇ ਕਰਕੇ ਜਿਹੜੀ ਫੋਰਸ ਅਸੀਂ ਕੈਲਕੂਲੇਟ ਕਰਾਂਗੇ, ਜਿਵੇਂ ਇੱਥੇ ਇਲੈਕਟ੍ਰਿਕ ਫੀਲਡ ਦੀ ਫੋਰਸ ਸੀ ਚਾਰਜ ਦੇ ਉੱਤੇ, ਇਹਨੂੰ ਅਸੀਂ ਕੂਲਮਜ਼ ਫੋਰਸ ਕਹਿ ਦਿੰਦੇ ਸੀ ਕਿਉਂਕਿ ਕੂਲਮ ਨੇ ਸਾਨੂੰ ਦੱਸਿਆ ਸੀ। ਇੱਥੇ ਸਾਨੂੰ ਜਿਹੜੀ ਫੋਰਸ ਹੈ ਉਹ ਲੋਰੈਂਟਜ਼ ਨੇ ਦੱਸੀ ਆ, ਤੇ ਇਸ ਕਰਕੇ ਇਹਨੂੰ ਕਹਾਂਗੇ ਅਸੀਂ ਲੋਰੈਂਟਜ਼ ਫੋਰਸ। ਸਿੰਬਲ ਸਾਡਾ ਸੇਮ ਰਹੇਗਾ F ਹੀ, ਤੇ ਐਂਡ ਇਟ ਵਿਲ ਬੀ ਆਲਸੋ ਏ ਵੈਕਟਰ ਕੁਆਂਟੀਟੀ ਐਂਡ ਏ ਫੰਕਸ਼ਨ ਆਫ R। ਹੁਣ ਜਦੋਂ ਇੱਕ ਚਾਰਜ ਮੂਵ ਕਰਦਾ ਹੋਇਆ, ਚੱਲਦਾ ਹੋਇਆ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ ਐਂਟਰ ਕਰਦਾ ਹੈ ਤਾਂ ਉਦੋਂ ਕੀ ਹੋਵੇਗਾ? ਆਓ ਦੇਖੀਏ। ਸਪੋਜ਼ ਕਰੀਏ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਮੈਗਨੈਟਿਕ ਫੀਲਡ ਹੈ। ਮੈਗਨੈਟਿਕ ਫੀਲਡ ਨੂੰ ਸ਼ੋਅ ਕਰਨ ਦਾ ਤਰੀਕਾ ਕੀ ਆ? ਅਸੀਂ ਇਹ ਮੰਨ ਲੈਂਦੇ ਹਾਂ ਵੀ ਇੱਧਰ ਇੱਕ ਮੈਗਨੇਟ ਪਿਆ ਹੈ ਜਿਹਦਾ ਨਾਰਥ ਪੋਲ ਇੱਥੇ ਆ, ਇੱਕ ਵੱਡਾ ਮੈਗਨੇਟ ਇੱਧਰ ਪਿਆ, ਇਹਦਾ ਨਾਰਥ ਪੋਲ ਇੱਥੇ ਆ,
ਤੇ ਇਧਰਲੇ ਪਾਸੇ ਇੱਕ ਛੋਟਾ ਮੈਗਨੇਟ ਵੱਡਾ ਮੈਗਨੇਟ ਹੋਰ ਪਿਆ ਜਿਹਦਾ ਸਾਊਥ ਪੋਲ ਇੱਥੇ ਆ, ਇਹ ਪਰੇ ਨੂੰ ਜਾਂਦਾ। ਸੋ ਮੈਗਨੈਟਿਕ ਫੀਲਡ ਬਿਟਵੀਨ ਦੀ ਟੂ ਪੋਲਸ ਆਫ ਏ ਮੈਗਨੇਟ ਕੈਨ ਬੀ ਰੀਅਲਾਈਜ਼ਡ ਲਾਈਕ ਫਰੋਮ ਨਾਰਥ ਟੂ ਸਾਊਥ ਪੋਲ ਆਫ ਏ ਮੈਗਨੇਟ। ਸੋ ਸਾਡੇ ਕੋਲ ਹੁਣ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਨਾਰਥ ਟੂ ਸਾਊਥ ਪੋਲ ਅਸੀਂ ਇਸ ਤਰੀਕੇ ਨਾਲ ਸ਼ੋ ਕਰ ਸਕਦੇ ਹਾਂ, ਤੇ ਇਹਦਾ ਸਿੰਬਲ ਅਸੀਂ ਇੱਥੇ ਲਿਖ ਦੇਵਾਂਗੇ ਕਿ ਇਹ ਸਾਡੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੈ। ਓਕੇ, ਸਪੋਜ਼ ਕਰੀਏ ਹੁਣ ਇੱਕ ਚਾਰਜ ਜੋ v ਵੈਲੋਸਿਟੀ ਤੇ ਮੂਵ ਕਰਦਾ ਹੋਇਆ ਆਉਂਦਾ ਤੇ ਐਂਟਰ ਕਰ ਜਾਂਦਾ ਜੀ ਇਸ ਮੈਗਨੈਟਿਕ ਫੀਲਡ ਦੇ ਵਿੱਚ ਵਿਦ ਦ ਵੈਲੋਸਿਟੀ v। ਹੁਣ ਵੈਲੋਸਿਟੀ ਇਜ਼ ਆਲਸੋ ਵੈਕਟਰ ਕੁਆਂਟੀਟੀ, ਇਹਦੀ ਵੀ ਡਾਇਰੈਕਸ਼ਨ ਆ, ਮੈਗਨੈਟਿਕ ਫੀਲਡ ਦੀ ਵੀ ਡਾਇਰੈਕਸ਼ਨ ਆ, ਤੇ ਇਹਦਾ ਚਾਰਜ ਵੀ ਹੁਣ ਹੈਗਾ। ਹੁਣ ਜਦੋਂ ਇਹ ਚਾਰਜ ਐਂਟਰ ਕਰਦਾ ਤਾਂ ਜਿਹੜੀ ਇਹਦੇ ਉੱਤੇ ਫੋਰਸ ਲੱਗਦੀ ਆ ਉਹ ਕਿਹੜੀਆਂ ਚੀਜ਼ਾਂ ਤੇ ਡਿਪੈਂਡ ਕਰਦੀ ਆ? ਸੋ ਇਟ ਡਿਪੈਂਡਸ ਅਪੋਨ ਦੀ ਕੁਆਂਟੀਟੀ ਆਫ ਚਾਰਜ, ਜਿੰਨਾ ਇਹਦੇ ਉੱਤੇ ਚਾਰਜ ਆ ਉਹ ਤੇ ਡਿਪੈਂਡ ਕਰਦਾ, ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਮਤਲਬ ਚਾਰਜ ਦੇ ਉੱਤੇ ਜਿੰਨੀ ਅਮਾਊਂਟ ਚਾਰਜ ਦੀ ਜ਼ਿਆਦਾ ਹੋਏਗੀ ਉਨੀ ਫੋਰਸ ਜ਼ਿਆਦਾ ਲੱਗੇਗੀ। ਆਲਸੋ ਵੈਲੋਸਿਟੀ ਆਫ ਦੀ ਚਾਰਜ, ਜਿੰਨੀ ਤੇਜ਼ੀ ਨਾਲ ਆਵੇਗਾ ਉਨੀ ਫੋਰਸ ਜ਼ਿਆਦਾ ਲੱਗੇਗੀ, ਜਿੰਨਾ ਹੌਲੀ ਆਏਗਾ ਉਨੀ ਫੋਰਸ ਘੱਟ ਲੱਗੇਗੀ। ਤੀਜੀ ਗੱਲ, ਮੈਗਨੈਟਿਕ ਫੀਲਡ ਦੀ ਵੈਲਿਊ, ਜਿੰਨਾ ਹੀ ਇੱਥੇ ਮੈਗਨੈਟਿਕ ਫੀਲਡ ਦੀ ਸਟਰੈਂਥ ਹੈ, ਜਿੰਨਾ ਮੈਗਨੈਟਿਕ ਫੀਲਡ ਇੱਥੇ ਸਟਰੋਂਗ ਹੈ ਉਨੀ ਜ਼ਿਆਦਾ ਫੋਰਸ ਲੱਗੇਗੀ ਉਸ ਚਾਰਜ ਦੇ ਉੱਤੇ। ਤੇ ਸਭ ਤੋਂ ਇੰਪੋਰਟੈਂਟ ਤੇ ਆਖਰੀ ਗੱਲ, ਇੱਥੇ ਜੋ ਇਹ ਫੋਰਸ ਲੱਗਦੀ ਹੈ ਉਹ ਡਿਪੈਂਡ ਕਰਦੀ ਆ ਚਾਰਜ ਦੇ ਐਂਟਰ ਹੋਣ ਦੇ ਐਂਗਲ ਤੇ ਵੀ। ਜੇਕਰ ਇੱਥੇ ਸਾਡੇ ਕੋਲ ਐਂਗਲ ਥੀਟਾ ਹੈ ਦੈਨ ਇਟ ਆਲਸੋ ਡਿਪੈਂਡਸ ਅਪੋਨ ਦੀ ਸਾਈਨ ਆਫ ਦੀ ਐਂਗਲ ਬਿਟਵੀਨ ਵੈਲੋਸਿਟੀ ਆਫ ਦੀ ਚਾਰਜ ਐਂਡ ਮੈਗਨੈਟਿਕ ਫੀਲਡ। ਸੋ ਦੋਨਾਂ ਦੇ ਵਿਚਲੇ ਸਾਈਨ ਆਫ ਦੀ ਐਂਗਲ ਤੇ ਵੀ ਡਿਪੈਂਡ ਕਰਦੀ ਆ। ਸੋ ਇਹਨਾਂ ਸਾਰੇ ਫੈਕਟਰਸ ਨੂੰ ਅਸੀਂ ਕੰਬਾਈਨ ਕਰ ਦਈਏ ਦੈਨ ਵੀ ਵਿਲ ਗੈਟ ਐਫ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਿਊ ਵੀ ਬੀ ਸਾਈਨ ਥੀਟਾ। ਤੇ ਇਹਨੂੰ ਕਿਉਂਕਿ ਇਹ ਵੈਕਟਰਸ ਨੇ ਸਾਡੇ ਕੋਲ ਇਹ v ਤੇ b ਵੀ, ਤਾਂ ਇਹਨੂੰ ਅਸੀਂ ਵੈਕਟਰ ਨੋਟੇਸ਼ਨ 'ਚ ਕਿਵੇਂ ਲਿਖ ਸਕਦੇ ਹਾਂ? ਪ੍ਰੋਪੋਰਸ਼ਨੈਲਿਟੀ ਸਾਈਨ ਹਟਾ ਕੇ ਅਸੀਂ ਇਕੁਅਲ ਟੂ ਸਾਈਨ ਪਾ ਦਿੰਦੇ ਹਾਂ, ਬਿਕੋਜ਼ ਇਫ ਦੇਰ ਇਜ਼ ਐਨੀ ਕੌਂਸਟੈਂਟ ਦੀ ਵੈਲਿਊ ਇਜ਼ 1। ਸੋ ਕਿਊ v ਕ੍ਰੋਸ b, ਸੋ ਕ੍ਰੋਸ ਪ੍ਰੋਡਕਟ ਦੀ ਫਾਰਮ ਦੇ ਵਿੱਚ ਇਸ ਤਰ੍ਹਾਂ ਲਿਖ ਸਕਦੇ ਹਾਂ। ਤਾਂ ਇਹਨੂੰ ਅਸੀਂ ਕਹਿੰਦੇ ਹਾਂ ਮੈਗਨੈਟਿਕ ਲੋਰੈਂਟਜ਼ ਫੋਰਸ। ਹੁਣ ਅਸੀਂ ਆਉਂਦੇ ਹਾਂ ਇਹਦੇ ਪ੍ਰੋਪਰਟੀਜ਼ ਦੇ ਉੱਤੇ, ਇਸ ਰਿਜ਼ਲਟ ਦੀ ਡਿਸਕਸ਼ਨ ਦੇ ਉੱਤੇ ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ। ਲੋਰੈਂਟਜ਼ ਮੈਗਨੈਟਿਕ ਫੋਰਸ, ਇਹਨੂੰ ਐਫ ਪੈਰ ਦੇ ਵਿੱਚ ਛੋਟਾ ਜਿਹਾ ਐਮ ਪਾ ਦਈਦਾ ਤਾਂ ਕਿ ਪਤਾ ਲੱਗ ਜੇ ਕਿ ਇਹ ਮੈਗਨੈਟਿਕ ਫੋਰਸ ਆ। ਸੋ ਇਟ ਇਜ਼ ਇਕੁਅਲ ਟੂ ਕਿਊ ਵੀ ਕ੍ਰੋਸ ਬੀ। ਹਾਂਜੀ, ਹੁਣ ਇਹ ਫੋਰਸ ਮੈਕਸੀਮਮ ਕਦੋਂ ਹੋਏਗੀ? ਕਦੋਂ ਮੈਕਸੀਮਮ ਹੋਏਗੀ? ਜਦੋਂ ਚਾਰਜ ਤੇ ਵੈਲੋਸਿਟੀ ਤੇ ਮੈਗਨੈਟਿਕ ਫੀਲਡ 'ਚ ਜੋ ਐਂਗਲ ਹੈ ਉਹ ਸਾਡੇ ਕੋਲੇ ਮੈਕਸੀਮਮ ਹੋਏਗਾ। ਸਾਈਨ ਥੀਟਾ ਦੀ ਵੈਲਿਊ ਮੈਕਸੀਮਮ ਕਦੋਂ ਹੁੰਦੀ ਆ? ਸਾਈਨ ਦੀ ਵੈਲਿਊ ਮੈਕਸੀਮਮ ਹੁੰਦੀ ਆ +1। ਕਿੰਨੇ ਐਂਗਲ ਤੇ ਹੋਏਗੀ? ਸਾਈਨ ਥੀਟਾ ਵਿਲ ਬੀ +1 ਵੈਨ ਐਂਗਲ ਇਜ਼ 90 ਡਿਗਰੀ। ਜਦੋਂ ਐਂਗਲ 90 ਹੋਵੇ ਜਾਂ 270 ਡਿਗਰੀ, ਇਹ ਦੋਨੇ ਐਂਗਲਸ ਦੇ ਉੱਤੇ ਸਾਡੇ ਕੋਲੇ ਸਾਈਨ ਦੀ ਵੈਲਿਊ ਮੈਕਸੀਮਮ ਹੋਏਗੀ। ਸੋ 90 ਦੇ ਉੱਤੇ +1 ਹੋਏਗੀ, 270 ਦੇ ਉੱਤੇ -1 ਹੋਏਗੀ। ਸੋ ਕਿੰਨੀ ਵੈਲਿਊ ਹੋਏਗੀ? ਐਫ ਮੈਕਸੀਮਮ ਵਿਲ ਬੀ ਕਿਊ ਵੀ ਬੀ। ਮੈਗਨੀਚਿਊਡ ਅਸੀਂ ਪਾ ਦਿੰਦੇ ਹਾਂ ਤਾਂ ਕਿ ਨੈਗੇਟਿਵ ਐਂਗਲ ਦੇ ਉੱਤੇ ਵੀ ਇੰਨੀ ਰਵੇ ਤੇ ਪੋਜ਼ਿਟਿਵ ਐਂਗਲ ਤੇ ਵੀ ਇੰਨੀ। ਓਕੇ, ਹੁਣ ਅਸੀਂ ਇਹ ਦੇਖਦੇ ਹਾਂ ਵੀ ਜੇਕਰ ਮਿਨੀਮਮ ਕਿੰਨੀ ਹੋਏਗੀ ਫੋਰਸ? ਮਿਨੀਮਮ ਤਾਂ ਫੋਰਸ 0 ਹੀ ਹੋ ਸਕਦੀ ਆ, ਤੇ ਕਿਹੜੇ ਐਂਗਲ ਤੇ ਹੋਏਗੀ? ਜਦੋਂ v ਤੇ b ਦੇ ਵਿੱਚ ਜੋ ਐਂਗਲ ਹੈ ਇਹ ਪੈਰਲਰ ਹੋਣ ਜਾਂ ਐਂਟੀ ਪੈਰਲਰ ਹੋਣ, ਭਾਵ ਚਾਰਜ ਜਿਹੜਾ ਹੈ ਉਹ ਇੱਧਰ ਨੂੰ ਜਾਂਦਾ ਹੋਵੇ ਵੈਲੋਸਿਟੀ v ਦੇ ਨਾਲ, ਤੇ ਮੈਗਨੈਟਿਕ ਫੀਲਡ ਵੀ ਇੱਧਰ ਨੂੰ ਹੀ ਹੋਵੇ, ਦੈਨ देयर ਵਿਲ ਬੀ ਨੋ ਫੋਰਸ। ਚਾਰਜ ਇੱਧਰ ਨੂੰ ਹੋਵੇ ਤੇ ਮੈਗਨੈਟਿਕ ਫੀਲਡ ਐਂਟੀ ਪੈਰਲਰ ਹੋਵੇ, then also there will be no force। ਸੋ ਜੇਕਰ ਇੱਕ ਕੁਐਸਚਨ ਆ ਜਾਵੇ ਬਈ ਇੱਕ ਚਾਰਜ ਕਿਸੇ ਮੈਗਨੈਟਿਕ ਫੀਲਡ 'ਚ ਲੰਘ ਰਿਹਾ ਹੈ ਤੇ ਉਹਦੇ ਉੱਤੇ ਫੋਰਸ ਨਹੀਂ ਲੱਗਦੀ, ਦੱਸੋ ਕਿਹੜੀ ਕੰਡੀਸ਼ਨ ਹੋ ਸਕਦੀ ਹੈ? ਤਾਂ ਉੱਥੇ
ਅਸੀਂ ਇਹ ਕਹਾਂਗੇ ਕਿ देयर कुड बी ए एंगल ऑफ 0 डिग्री और 1 डिग्री सॉरी 180 डिग्री। सो चाहे जे एंगल साडे कोले 0 डिग्री आ, भाव पैरलर ने वेलोसिटी ते मैगनैटिक फील्ड, फिर भी कोई फोर्स नहीं लगेगी। तो जेकर 180 एंगल आ एंटी पैरलर ने, फिर भी साडे कोले कोई फोर्स नहीं लगेगी। हुण बेटे इन्ना ज़्यादा इंपॉर्टेंट रिजल्ट सी, जिस तो मोस्ट इंपॉर्टेंट एप्लीकेशन इहदी किहड़ी सी? साइक्लोट्रॉन। इस एप्लीकेशन के बेस के उत्ते चार्ज एक्सलरेटर, पार्टिकल एक्सलरेटर बनाया गया, जिहदे नाल नवीं खोजां बड़ियां कीतियां गईयां, न्यूक्लीयर रिएक्शनस चलाए गए, चार्जिज नूं असीं बड़ी फास्ट स्पीड के उत्ते मूव करा सकते हैं। हुण किहड़ी वजह दे नाल? लोरेंट्ज़ फोर्स की वजह दे नाल। होर भी बड़ियां दी एप्लीकेशनस ने जिहड़ियां आपां आउण वाले चैप्टर्स विच पढ़ांगे। ते आओ हुण देखीए कि ये जो मैगनैटिक लोरेंट्ज़ फोर्स असीं पढ़ी आ, इस दी असीं डायरैक्शन किवें फाइंड करनी आ भी किधर नूं लगूगी। हुण असीं ये तां देख लिया भी मैक्सीमम ते मिनीमम कदों आ, ते आओ हुण इहदी डायरैक्शन देखीए। सो लैट मी डू इट हेयर। सपोज करिए एक जगह के उत्ते साडे कोले मैगनैटिक फील्ड जो है, मैगनैटिक फील्ड की डायरैक्शन इधरले पासे नूं। सो मैगनैटिक फील्ड इधर नूं ते चार्ज जो साडा है वो इधरले पासों एंटर करदा, ते चार्ज की वैल्यू, चार्ज की वेलोसिटी साडी इधरले पासे नूं है, मेकिंग एन एंगल थीटा बिटवीन V एंड B। The direction of Lorentz force will also be given by right hand thumb rule। सो राइट हैंड थंब रूल नाल किवें यूज़ कर सकते हैं असीं? देखो साडे कोले फॉर्मूला है F इक्वल्स V क्रॉस B। इत्थे साडे कोल क्रॉस प्रोडक्ट है, तो क्रॉस प्रोडक्ट दा जो रिजल्ट हुंदा वो असीं किवें देखदे हां? डायरैक्शन ऑफ दी रिजल्टेंट ऑफ क्रॉस प्रोडक्ट ऑफ टू वैक्टर्स इज़ आल्सो गिवन बाय दी राइट हैंड थंब रूल जां स्क्रू रूल। हुण इत्थे असीं दोने रूल ला के देखांगे, किहड़ा किहड़ा? एक तां राइट हैंड थंब रूल, दूसरा स्क्रू रूल। स्क्रू मतलब पेच। सो पहलां असीं स्क्रू रूल ही लाइए। सपोज करो आ मेरे हत्थ दे विच स्क्रू आ, स्क्रू नूं असीं वेलोसिटी ते मैगनैटिक फील्ड दे विचाले रख लेना जी। सो विचाले रखांगे ते घुमाउणा किधर नूं आ? V तो B वाले पासे नूं। सो V तो B वाले पासे नूं, तो मतलब स्क्रू घुमाया जाऊगा इधर नूं। सो इधर नूं जदों घुमाउने आ तां की लग रहा? मैं इहनूं टाइट कर रहा कि लूज कर रहा? सो आई एम टाइटनिंग दी स्क्रू। सो टाइटनिंग दी स्क्रू मतलब इट विल गो इन साइड परपेंडिकुलरली टू दी प्लेन ऑफ बोर्ड। सो ये अंदर नूं चला जाएगा। इहदा मतलब ये होया बई जो साडा फोर्स होएगी वो अंदर नूं होएगी। तो इहनूं शो किवें करांगे? हुण बोर्ड ते तां बननी नहीं परपेंडिकुलरली इनवर्ड्स। परपेंडिकुलरली इनवर्ड्स बनाउण दे लई इहनूं असीं इत्थे लिख दांगे F क्रॉस सर्कल। क्लीयर? हुण अप्लाई करिए राइट हैंड थंब रूल। थंब नूं, थंब की डायरैक्शन दसेगी कि फोर्स किधर नूं लगदी आ। असीं अपनियां फिंगर्स नूं करल करना है, सज्जे हत्थ दीयां फिंगर्स नूं करल करना है वेलोसिटी तो मैगनैटिक फील्ड वाले पासे नूं। इहदा मतलब ये होया कि इधरले पासे। सो फिंगर्स कैन करल टुवर्ड दिस साइड। सो V तो B वाले पासे नूं जे मैं फिंगर्स करल करदा तां मेरा थंब किधर नूं पॉइंट करदा? परपेंडिकुलरली इनवर्ड्स टू द प्लेन ऑफ द बोर्ड, विच शोज अवर प्रीवियस रिजल्ट एज करैक्ट। एक होर सिचुएशन देखते हैं। सपोज करिए हुण मैगनैटिक फील्ड जो है साडा वो इधर नूं आ, ते वेलोसिटी वैक्टर जो है वो इधरले पासे नूं आ, चार्ज इधरले पासे नूं आ रहा, तो दोनों दे विच एंगल जो है थीटा है। तो हुण असीं लाइए दोनों रूल, स्क्रू रूल भी लाइए, राइट हैंड थंब रूल भी लाइए। स्क्रू रूल लाइए पहला। मान लीए आ साडे कोले एक स्क्रू आ, तो मैं दोनों दे विचाले स्क्रू रख लिया। स्क्रू किधर नूं घुमाउणा जी? V तो B वाले पासे नूं। सो मैं इधर नूं घुमाऊंगा। सो एम आई टाइटनिंग द स्क्रू और लूजनिंग इट? सो एंटी क्लॉकवाइज घुमा रहा, इसका मतलब यह बाहर नूं आएगा। सो बाहर नूं आएगा दा मतलब जो साडी फोर्स इत्थे लगेगी इट विल बी शोन बाय डॉट सर्कल।
ਪਰਪੈਂਡੀਕੂਲਰਲੀ ਆਊਟਵਰਡਸ ਫਰੋਮ ਦੀ ਪਲੇਨ ਆਫ ਦੀ ਬੋਰਡ। ਹੁਣ ਅਸੀਂ ਲਗਾਈਏ ਇਹਦੇ ਉੱਤੇ ਰਾਈਟ ਹੈਂਡ ਥੰਬ ਰੂਲ। ਰਾਈਟ ਹੈਂਡ ਥੰਬ ਰੂਲ ਇਸ ਤਰੀਕੇ ਨਾਲ ਸੱਜੇ ਹੱਥ ਨੂੰ ਯੂਜ਼ ਕਰਨਾ ਕਿ ਫਿੰਗਰਸ ਕਰਲ ਕਰਨ, ਘੁੰਮਣ ਕਿੱਧਰੋਂ, V ਤੋਂ B ਵਾਲੇ ਪਾਸੇ ਨੂੰ। ਸੋ ਮੈਂ ਇੱਥੇ ਰੱਖਿਆ V ਤੋਂ B ਵਾਲੇ ਪਾਸੇ ਨੂੰ ਫਿੰਗਰਸ ਕਰਲ ਕੀਤੀਆਂ। ਵਰਟੈਕਸ ਸਾਡਾ ਗੁੱਟ ਹੋਣਾ ਚਾਹੀਦਾ। ਤਾਂ ਹੁਣ ਵੀ ਸਾਡਾ ਥੰਬ ਆ ਜਿਹੜਾ ਉਹ ਪਰਪੈਂਡੀਕੂਲਰਲੀ ਆਊਟਵਰਡਸ ਟੂ ਦੀ ਪਲੇਨ ਆਫ ਦੀ ਬੋਰਡ ਪੁਆਇੰਟ ਕਰ ਰਿਹਾ। ਸੋ ਵਿਚ ਪ੍ਰੂਵਸ ਆਵਰ ਪ੍ਰੀਵੀਅਸ ਰਿਜ਼ਲਟ ਐਜ਼ ਕਰੈਕਟ। ਸੋ ਇਸ ਤਰੀਕੇ ਨਾਲ ਅਸੀਂ ਜੋ ਮੈਗਨੈਟਿਕ ਲੋਰੈਂਟਜ਼ ਫੋਰਸ ਹੈ ਉਸ ਦੀ ਮੈਗਨੀਟਿਊਡ ਕੱਢ ਸਕਦੇ ਹਾਂ ਇਸ ਫਾਰਮੂਲੇ ਦੇ ਨਾਲ, ਤੇ ਡਾਇਰੈਕਸ਼ਨ ਜੋ ਕੱਢਾਂਗੇ ਉਹ ਅਸੀਂ ਰਾਈਟ ਹੈਂਡ ਥੰਬ ਰੂਲ ਜਾਂ ਸਕਰੂ ਰੂਲ ਦੇ ਨਾਲ। ਸੋ ਇਸ ਲਈ ਅਸੀਂ ਇੱਥੇ n ਕੈਪ ਲਿਖ ਦਾਂਗੇ, ਕਿਉਂਕਿ n ਕੈਪ ਕੀ ਆ, n ਕੈਪ ਇਜ਼ ਏ ਯੂਨਿਟ ਵੈਕਟਰ ਵਿਚ ਇਜ਼ ਪਰਪੈਂਡੀਕੂਲਰ ਟੂ ਦੀ ਪਲੇਨ ਕੈਰਿੰਗ V ਐਂਡ B। ਜਿਸ ਪਲੇਨ ਦੇ ਵਿੱਚ ਵੈਲੋਸਿਟੀ ਤੇ ਮੈਗਨੈਟਿਕ ਫੀਲਡ ਵੈਕਟਰ ਹੋਣਗੇ ਉਸ ਪਲੇਨ ਦੇ ਪਰਪੈਂਡੀਕੂਲਰ ਸਾਡਾ ਵੈਕਟਰ ਕੌਣ ਹੋਏਗਾ, n ਕੈਪ। ਜਿਹੜੀ ਹੁਣ ਅਸੀਂ ਮੈਗਨੈਟਿਕ ਲੋਰੈਂਟਜ਼ ਫੋਰਸ ਪੜ੍ਹੀ ਹੈ ਇਸ ਦੇ ਯੂਨਿਟ ਕੀ ਹੋਣਗੇ, ਕੀ ਇਸ ਦੇ ਯੂਨਿਟ ਨਿਊਟਨ ਹੋਣਗੇ ਜਾਂ ਕੁਛ ਹੋਰ। ਨੋ ਡਾਊਟ ਬਿਕੋਜ਼ ਇਟ ਇਜ਼ ਏ ਫੋਰਸ ਹੈ, ਇਸ ਕਰਕੇ ਇਹਦੇ ਯੂਨਿਟ ਜੋ ਹੋਣਗੇ ਉਹ ਨਿਊਟਨ ਹੀ ਹੋਣਗੇ। ਪਰ ਇਸ ਤੋਂ ਅਸੀਂ ਮੈਗਨੈਟਿਕ ਫੀਲਡ ਨੂੰ ਵੀ ਡਿਫਾਈਨ ਕਰ ਸਕਦੇ ਹਾਂ। ਮੈਗਨੈਟਿਕ ਫੀਲਡ ਦੇ ਯੂਨਿਟ ਵੀ ਕੱਢੀਏ ਵੀ ਉਹ ਕਿੰਨੇ ਹੋਣਗੇ। ਫਾਰਮੂਲਾ ਹੈ ਸਾਡੇ ਕੋਲੇ F ਇਕੁਅਲਸ Q V क्रॉस B n ਕੈਪ। ਹੁਣ ਇਸ ਫਾਰਮੂਲੇ ਦੇ ਵਿੱਚੋਂ ਜੇਕਰ ਇਫ ਫੋਰਸ ਇਜ਼ 1 ਨਿਊਟਨ, ਫੋਰਸ 1 ਨਿਊਟਨ ਲੱਗੇ ਚਾਰਜ ਦੇ ਉੱਤੇ, ਤੇ ਚਾਰਜ ਦੀ ਵੈਲਿਊ ਜੋ ਹੈ ਸਾਡੇ ਕੋਲੇ 1 ਕੂਲੰਬ ਹੋਵੇ, ਤੇ ਚਾਰਜ ਦੀ ਵੈਲੋਸਿਟੀ ਜੋ ਹੈ ਉਹ 1 ਮੀਟਰ ਪਰ ਸੈਕਿੰਡ ਹੋਵੇ, ਤਾਂ ਸਾਡੇ ਕੋਲੇ ਫਾਰਮੂਲਾ ਕੀ ਬਣ ਜਾਂਦਾ, ਇਹ ਬਣ ਗਿਆ 1 ਨਿਊਟਨ ਇਕੁਅਲਸ 1 ਕੂਲੰਬ 1 ਮੀਟਰ ਪਰ ਸੈਕਿੰਡ ਕ੍ਰੋਸ B ਸਾਈਨ ਥੀਟਾ। ਸਾਈਨ ਥੀਟਾ ਨੂੰ ਵੀ 1 ਕਰੀਏ, ਜੇਕਰ ਸਾਡੇ ਕੋਲੇ ਥੀਟਾ ਇਜ਼ ਇਕੁਅਲ ਟੂ 90 ਡਿਗਰੀ ਹੋਵੇ ਤਾਂ ਸਾਈਨ ਥੀਟਾ ਵੀ ਸਾਡਾ ਕਿੰਨਾ ਹੋ ਗਿਆ ਜੀ, 1 ਹੋ ਗਿਆ। ਤਾਂ ਇੱਥੋਂ ਮੈਗਨੈਟਿਕ ਫੀਲਡ ਜੋ ਹੈ ਉਹ ਕਿਹਦੇ ਬਰਾਬਰ ਆ ਜਾਂਦਾ, ਮੈਗਨੈਟਿਕ ਫੀਲਡ ਵਿਲ ਬੀ ਇਕੁਅਲ ਟੂ 1 ਨਿਊਟਨ ਡਿਵਾਈਡਡ ਬਾਏ 1 ਕੂਲਮ 1 ਮੀਟਰ ਪਰ ਸੈਕਿੰਡ। ਇਹ ਕੀ ਬਣਿਆ, ਸੋ ਮੈਗਨੈਟਿਕ ਫੀਲਡ ਇਕੁਅਲ ਟੂ ਨਿਊਟਨ ਪਰ ਕੂਲੰਬ ਪਰ ਮੀਟਰ ਇਨਟੂ ਸੈਕਿੰਡ। ਇਸ ਕੁਆਂਟਿਟੀ ਨੂੰ ਅਸੀਂ ਕਹਿੰਦੇ ਆ 1 ਟੈਸਲਾ, 1 TESLA। ਸੋ ਮੈਗਨੈਟਿਕ ਫੀਲਡ ਦੇ ਜੋ ਯੂਨਿਟ ਨੇ ਉਹ ਸਾਡੇ ਕੋਲ ਕੀ ਨੇ, ਟੈਸਲਾ। ਟੈਸਲਾ ਨੂੰ ਹੁਣ ਡਿਫਾਈਨ ਅਸੀਂ ਇਸੇ ਚੀਜ਼ ਤੋਂ ਕਰ ਸਕਦੇ ਹਾਂ। 1 ਟੈਸਲਾ ਕੀ ਬਣਿਆ, ਮੈਗਨੈਟਿਕ ਫੀਲਡ ਵਿਲ ਬੀ 1 ਟੈਸਲਾ perpendicular to a charge of 1 coulomb moving with a velocity 1 meter per second experiences a force of 1 Newton। ਸੋ ਇਸ ਤਰ੍ਹਾਂ ਅਸੀਂ ਇੱਕ ਟੈਸਲੇ ਨੂੰ ਡਿਫਾਈਨ ਕਰ ਸਕਦੇ ਹਾਂ। ਇਹ ਉਸੇ ਤਰ੍ਹਾਂ ਹੀ ਆ ਜਿਵੇਂ ਆਪਾਂ 1 ਨਿਊਟਨ ਦੀ ਡੈਫੀਨੇਸ਼ਨ ਬਣਾਈ ਸੀ ਜਾਂ 1 ਕੂਲਮ ਦੀ ਡੈਫੀਨੇਸ਼ਨ ਬਣਾਈ ਸੀ। ਤਾਂ ਬੇਟੇ ਨੂੰ ਰੱਟਾ ਲਾਉਣ ਦੀ ਲੋੜ ਨਹੀਂ, ਬਸ ਸਿਰਫ ਅਸੀਂ ਜਿਵੇਂ ਮੈਂ ਤੁਹਾਨੂੰ ਇੱਥੋਂ ਸਮਝਾਇਆ ਇਸੇ ਤਰੀਕੇ ਨਾਲ ਇਹਨੂੰ ਯਾਦ ਰੱਖ ਲੈਣਾ ਵੀ ਮੈਗਨੈਟਿਕ ਫੀਲਡ 1 ਟੈਸਲਾ ਆਊਗਾ। ਕਦੋਂ ਆਇਆ, ਜਦੋਂ ਸਾਡੇ ਕੋਲੇ ਮੈਗਨੈਟਿਕ ਫੀਲਡ ਦੀ ਗੱਲ ਕਰ ਰਹੇ ਆ ਇਹ 90 ਡਿਗਰੀ ਤੇ ਹੋਵੇ, ਕਿਹਦੇ ਤੋਂ, 1 ਕੂਲਮ ਚਾਰਜ ਤੋਂ ਜਿਹੜਾ ਵੈਲੋਸਿਟੀ ਤੇ ਮੂਵ ਕਰ ਰਿਹਾ ਹੋਵੇ 1 ਮੀਟਰ ਪਰ ਸੈਕਿੰਡ, ਤੇ ਉਹਦੇ ਤੇ ਫੋਰਸ ਕਿੰਨੀ ਲੱਗੇ ਜੀ, 1 ਨਿਊਟਨ। ਹੁਣ ਜਿਹੜਾ ਇਹ ਟੈਸਲਾ ਹੈ ਦਿਸ ਇਜ਼ ਦੀ SI ਯੂਨਿਟ ਆਫ ਮੈਗਨੈਟਿਕ ਫੀਲਡ। ਇਹਨੂੰ ਅਸੀਂ ਹੋਰ ਇੱਕ ਯੂਨਿਟ ਦੇ ਰੂਪ ਦੇ ਵਿੱਚ ਵੀ ਲਿਖ ਸਕਦੇ ਹਾਂ। 1 ਟੈਸਲਾ ਜੋ ਹੈ ਇਹਨੂੰ ਅਸੀਂ 1 ਵੈਬਰ ਪਰ ਮੀਟਰ ਸਕੁਅਰ ਵੀ ਲਿਖ ਸਕਦੇ ਹਾਂ। ਸੋ ਇਹਨੂੰ ਵੀ ਅਸੀਂ ਯੂਜ਼ ਕਰ ਸਕਦੇ ਹਾਂ ਐਜ਼ ਏ ਯੂਨਿਟ ਆਫ ਮੈਗਨੈਟਿਕ ਫੀਲਡ। ਸੋ ਇਹਦੀ ਯੂਨਿਟ ਜੋ ਟੈਸਲਾ ਹੈ, ਇਹ ਜੋ ਫੇਮਸ ਸਾਇੰਟਿਸਟ ਸਰ ਨਿਕੋਲਾ ਟੈਸਲਾ ਉਹਨਾਂ ਦੇ ਨਾਮ ਦੇ ਉੱਤੇ ਇਹ ਦਿੱਤੇ ਗਏ ਨੇ, ਕਿਉਂਕਿ ਉਹਨਾਂ ਨੇ ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਐਸਟੋਨਿਸ਼ਿੰਗ ਵਰਕ ਜੋ ਹੈ ਉਹ ਕੀਤਾ ਹੈ। ਹੁਣ ਆਓ ਇਸ ਫਾਰਮੂਲੇ ਤੋਂ ਅਸੀਂ ਮੈਗਨੈਟਿਕ ਫੀਲਡ ਦਾ ਡਾਇਮੈਂਸ਼ਨਲ ਫਾਰਮੂਲਾ ਬਣਾ ਕੇ ਦੇਖੀਏ। ਡਾਇਮੈਂਸ਼ਨਲ ਫਾਰਮੂਲੇ ਦੇ ਵਿੱਚ ਇੱਥੇ ਹੁਣ ਸਾਨੂੰ
ਜੋ ਕੁਆਂਟੀਟੀਜ਼ ਆ ਰਹੀਆਂ ਨੇ, ਜਿਵੇਂ ਫੋਰਸ ਇਕੁਅਲ ਟੂ ਕਿਊ ਵੀ ਬੀ ਸਾਈਨ ਥੀਟਾ। ਸੋ ਸਾਈਨ ਥੀਟਾ ਤਾਂ ਕਿਉਂਕਿ ਡਾਇਮੈਂਸ਼ਨਲੈਸ ਆ, ਤੋ ਇਸ ਕਰਕੇ ਮੈਗਨੈਟਿਕ ਫੀਲਡ ਸਾਡੇ ਕੋਲ ਆ ਗਿਆ F ਅਪੋਨ ਕਿਊ ਵੀ। ਮੈਗਨੈਟਿਕ ਫੀਲਡ ਦੀਆਂ ਡਾਇਮੈਂਸ਼ਨਸ ਬਣਾਉਣ ਲਈ ਸਾਨੂੰ ਫੋਰਸ ਦੀਆਂ ਡਾਇਮੈਂਸ਼ਨਸ ਪਤਾ ਹੋਣੀਆਂ ਚਾਹੀਦੀਆਂ, ਵਿਚ ਇਜ਼ MLT-2। ਚਾਰਜ ਦੀਆਂ ਡਾਇਮੈਂਸ਼ਨਸ ਕਿਵੇਂ ਲਿਖਾਂਗੇ? ਪਹਿਲਾਂ ਵੈਲੋਸਿਟੀ ਦੀਆਂ ਲਿਖ ਲਈਏ LT-1। ਹੁਣ ਚਾਰਜ ਸਾਨੂੰ ਪਤਾ ਹੈ ਕਿ ਜੋ ਇਲੈਕਟ੍ਰਿਕ ਚਾਰਜ ਆ, ਇਹਨੂੰ ਜੇ ਆਪਾਂ ਟਾਈਮ ਤੇ ਡਿਵਾਈਡ ਕਰ ਦਈਏ ਤਾਂ ਇਹ ਕਰੰਟ ਬਣ ਜਾਂਦਾ। ਕਰੰਟ ਸਾਡੀ ਬੇਸਿਕ ਯੂਨਿਟ ਆ, ਜਿਹੜੀ ਆਪਾਂ +1 ਦੇ ਵਿੱਚ ਬੇਸਿਕ ਯੂਨਿਟਸ ਪੜ੍ਹੀਆਂ ਸੀ। ਕਰੰਟ ਉਹਦੇ ਵਿੱਚ ਐਜ਼ ਏ ਫੰਡਾਮੈਂਟਲ ਕੁਆਂਟਿਟੀ ਆਉਂਦੀ ਹੈ। ਸੋ ਜਿਹਦਾ ਜੋ ਡਾਇਮੈਂਸ਼ਨ ਫਾਰਮੂਲਾ ਹੈ ਕਰੰਟ ਦਾ, ਉਹ ਸਾਡੇ ਕੋਲੇ A ਹੈ। ਸੋ A into T ਬਿਕਮਸ ਦੀ ਡਾਇਮੈਂਸ਼ਨਲ ਫਾਰਮੂਲਾ ਆਫ ਚਾਰਜ। ਸੋ ਇੱਥੇ ਚਾਰਜ ਦਾ ਫਾਰਮੂਲਾ ਪੁੱਟ ਕਰਾਂਗੇ A into T। ਸੋ ਮੈਗਨੈਟਿਕ ਫੀਲਡ ਦਾ ਫਾਰਮੂਲਾ ਕੀ ਬਣ ਗਿਆ ਜੀ? M L⁻⁴ ਉੱਤੇ ਆ, 1 ਹੀ ਥੱਲੇ ਆ, ਸੋ ਇਸ ਕਰਕੇ ਇਟ ਵਿਲ ਕੈਂਸਲ ਆਊਟ। ਸੋ L0 ਤੋ T -2 ਉੱਪਰ, -1 ਤੇ 1 ਇਹ ਕੈਂਸਲ ਹੋ ਗਏ, ਇਸ ਕਰਕੇ -2 ਹੀ ਰਹਿ ਗਿਆ, ਤੇ A ਥੱਲੇ ਆ ਤੇ ਉੱਪਰ ਜਾ ਕੇ -1 ਬਣ ਗਿਆ ਜੀ। ਸੋ ਮੈਗਨੈਟਿਕ ਫੀਲਡ ਦੀਆਂ ਜੋ ਡਾਇਮੈਂਸ਼ਨਲ ਫਾਰਮੂਲਾ ਹੈ ਉਹ ਬਣ ਗਿਆ M1 L0 T-2 ਐਂਪੀਅਰ -1। ਸੋ ਇਹ ਵੀ ਕਈ ਵਾਰੀ 1 ਨੰਬਰ ਦਾ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ, ਫਾਈਂਡ ਦੀ ਡਾਇਮੈਂਸ਼ਨਲ ਫਾਰਮੂਲਾ ਆਫ ਮੈਗਨੈਟਿਕ ਫੀਲਡ। ਤਾਂ ਉੱਥੇ ਅਸੀਂ ਕਈ ਵਾਰੀ ਕਿਉਂਕਿ ਫੈਮਿਲੀਅਰ ਨਹੀਂ ਹੁੰਦੇ ਤਾਂ ਘਬਰਾ ਜਾਂਦੇ ਆ। ਮੋਸਟਲੀ ਬੱਚੇ ਚਾਰਜ ਦੀਆਂ ਡਾਇਮੈਂਸ਼ਨ ਕੱਢਣ ਲੱਗੇ ਕਨਫਿਊਜ਼ ਹੋ ਜਾਂਦੇ ਆ। ਇਹਦਾ ਵੀ ਅੱਜ ਦੇ ਲੈਕਚਰ 'ਚ ਤੁਹਾਨੂੰ ਲੋਰੈਂਟਜ਼ ਫੋਰਸ ਬਾਰੇ ਪਤਾ ਲੱਗਿਆ ਹੋਵੇਗਾ, ਸਾਰਿਆਂ ਨੂੰ ਸਮਝ ਲੱਗ ਗਈ ਹੋਏਗੀ। ਸੋ ਅਗਲੇ ਲੈਕਚਰ ਦੇ ਵਿੱਚ ਫਿਰ ਮਿਲਾਂਗੇ। ਥੈਂਕ ਯੂ।